तिस जात नाही, किस ढंग ना मेरा। क्या मुँह लै बोल है गुण विहूण, नाम जपिया ना तेरा। क्या मुँह लै बोल है गुण विहूण, नाम जपिया ना तेरा। ਨਿਮਾਣਿਆਂ ਨੂੰ ਮਾਣ, ਬੇਸਮਝਾਂ ਨੂੰ ਸਮਝ, ਸੂਝ ਅੰਧਕਾਰ ਡਾਰਕਨੈਸ, ਮਨ ਦੇ ਹਨੇਰੇ ਨੂੰ ਦੂਰ ਕਰ, ਨਿਰੰਕਾਰ ਪਰਮੇਸ਼ਰ ਨਾਲ ਮਿਲਾਉਣ ਵਾਲੇ, ਸਾਂਝੇ ਰਹਿਬਰ, ਮਨੁੱਖਤਾ ਦਾ ਭਲਾ ਕਰਨ ਵਾਲੇ, ਸ਼ਬਦ ਦਾ ਅਵਤਾਰ ਸ਼ਬਦ ਗੁਰੂ, ਜਾਗਤ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਅੰਦਰ ਬੈਠ ਕਰ ਅਸੀਂ ਗੁਰੂ ਕੀ ਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕਰ ਰਹੇ ਸਾਂ। ਆਓ ਬੜੇ ਹੀ ਪਿਆਰ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਿਫਤ ਅੰਦਰ ਜੋ ਭੱਟ ਨੇ ਗੁਰੂ ਦੀ ਸਵਈਆਂ ਰਾਹੀਂ ਉਸਤਤ ਕੀਤੀ ਹੈ, ਆਪਾਂ ਗੁਰੂ ਕੇ ਕੀਰਤਨੀਆਂ ਪਾਸੋਂ ਇਸ ਨੂੰ ਕੀਰਤਨ ਰੂਪ ਵਿੱਚ ਸਰਵਣ ਕੀਤਾ। ਆਓ ਵਿਚਾਰੀਏ, ਵਿਚਾਰਨ ਤੋਂ ਪਹਿਲਾਂ ਰਸਨਾ ਨੂੰ ਸਫਲਾ ਬਣਾ ਲਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਅਰਜਨ ਪੁਰਖ ਪ੍ਰਮਾਣ, ਪਾਰਥੋ ਚਾਲੈ ਨਾਹੀ, ਨੇਜਾ ਨਾਮ ਨੀਸ਼ਾਨ, ਸਤਿਗੁਰ ਸ਼ਬਦ ਸਵਾਰਿਓ। ਗੁਰ ਅਰਜਨ ਪੁਰਖ ਪ੍ਰਮਾਣ। ਹੁਣ ਪੁਰਖ ਕੀ ਹੈ? ਜੋ ਅਸੀਂ ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਿ ਅਪਾਰਾ। ਅਗਮਾ ਅਗਮ ਅਪਾਰਾ, ਅਗਮ ਤੋਂ ਭਾਵ ਹੈ ਜੋ ਸਾਡੇ ਇੰਦਰੀਆਂ ਦੇ ਇਸ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਜੋ ਸਾਡੀ ਇਸ ਸੋਚਣ ਸ਼ਕਤੀ ਤੋਂ ਉਹ ਪਰਮਾਤਮਾ ਪਰੇ ਹੈ। ਭੱਟ ਕੱਲ ਸਹਾਰ ਜੀ ਕਿੰਨਾ ਨੇੜਿਓਂ ਹੋ ਕੇ ਵੇਖ ਰਹੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿੰਦੇ ਨੇ ਗੁਰੂ ਅਰਜਨ ਸਾਹਿਬ, ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪ੍ਰਮਾਣ ਹੈ। ਇਹ ਸੰਸਾਰ ਦੇ ਉੱਪਰ ਤੁਸੀਂ ਅਕਾਲ ਪੁਰਖ ਦਾ ਆਪਣਾ ਸਵਰੂਪ, ਤੁਹਾਡੇ ਵਿੱਚ ਤੇ ਉਸ ਵਾਹਿਗੁਰੂ ਵਿੱਚ, ਪਰਵਤਗਾਰ ਵਿੱਚ ਕੋਈ ਵੀ ਵਿਥ ਨਹੀਂ ਹੈ। ਵੇਖੋ ਹੁਣ ਕਿੰਨਾ, ਜਿੰਨਾ ਜਿੰਦੀ ਦ੍ਰਿਸ਼ਟੀ ਹੈ, ਜਿੱਥੋਂ ਤੱਕ ਜਿਸ ਦੀ ਵੇਖਣ ਦੀ ਪਹੁੰਚ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਨਾ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਤੇ ਸਲਾਮ ਧਰਮ ਦੇ ਬਾਨੀਆਂ ਨੇ ਕਿਹਾ, ਸੱਤ ਅਕਾਲ ਤੇ ਸੱਤ ਆਕਾਸ਼ ਤੇ ਸੱਤ ਪਤਾਲ ਨੇ। ਪਰ ਸਾਹਿਬਾਂ ਨੇ ਕਿਹਾ ਪਾਤਾਲਾਂ ਪਾਤਾਲ, ਤੇ ਪਤਾ ਹੀ ਨਹੀਂ ਕਿੰਨੇ ਪਤਾਲ ਨੇ, ਕਿੰਨੇ ਆਕਾਸ਼ ਨੇ। ਉਹਨਾਂ ਦੀ ਉਸ ਗੱਲ ਨੂੰ ਕੰਡੇਮ ਨਹੀਂ ਕੀਤਾ ਕਿ ਉਹ ਜਿੱਥੋਂ ਤੱਕ ਜਿਸ ਦੀ ਦ੍ਰਿਸ਼ਟੀ ਪੈਂਦੀ ਹੈ, ਜਿੱਥੋਂ ਤੱਕ ਅਸੀਂ ਵੇਖ ਸਕਦੇ ਹਾਂ, ਸਾਡੀ ਅੱਖਾਂ ਦੀ ਵੇਖਣ ਦੀ ਸ਼ਕਤੀ ਹੈ, ਉੱਥੋਂ ਤੱਕ ਵੇਖਿਆ। ਕੋਈ ਦੂਰੀ ਤੱਕ ਵੇਖ ਸਕਦਾ, ਕੋਈ ਥੋੜ੍ਹਾ ਜਿਹਾ ਨੇੜੇ ਵੇਖਦਾ,
ਕਈ ਤਾਂ ਇੰਨਾ ਨੇੜੇ ਵੇਖਦੇ ਨੇ ਵੀ ਅੱਗੇ ਇਉਂ ਝੌਲਾ ਜਿਹਾ ਪੈਂਦਾ ਹੈ ਵੀ ਦਿਸਦਾ ਹੀ ਨਹੀਂ ਹੈ, ਥੋੜਾ ਜਿਹਾ ਝੌਲਾ ਪੈਂਦਾ ਹੈ, ਫਲਾਨਿਆਂ ਤੇਰਾ ਫੇਸ ਤੇ ਦਿਸ ਨਹੀਂ ਰਿਹਾ ਪਰ ਤੇਰੇ ਫੇਸ ਦਾ ਝੌਲਾ ਜਿਹਾ ਪੈ ਰਿਹਾ ਹੈ। ਹੁਣ ਵੇਖਣ ਦੀ ਸ਼ਕਤੀ, ਵੇਖਣ ਦੀ ਦ੍ਰਿਸ਼ਟੀ ਹੈ। ਹੁਣ ਭੱਟਾਂ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਜੋ ਵੇਖਣ ਦੀ ਦ੍ਰਿਸ਼ਟੀ ਹੈ, ਉਹ ਕੀ ਤੁਲਨਾ ਕਰਦੇ ਨੇ? ਕਿਹਾ ਪਰਵਤਗਾਰ ਨਿਰੰਕਾਰ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਕੋਈ ਤੁਹਾਡੇ ਵਿੱਚ ਤੇ ਉਹਦੇ ਵਿੱਚ ਪਰਮਾਤਮਾ ਵਿੱਚ ਫਰਕ ਨਹੀਂ ਹੈ। ਤੇ ਆਪਾਂ ਪੜ੍ਹਦੇ ਹਾਂ ਵੀ ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਅਤੇ ਪਰਮੇਸ਼ਰ ਇੱਕ ਹੈ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹ ਕਹਿ ਸਕਦੇ ਨੇ, ਹਉ ਖਾਲਸੇ ਕੋ ਖਾਲਸਾ ਮੇਹਰੋ ਓਤ ਪੋਤ ਸਾਗਰ ਬੁੰਦੇਰੋ, ਮੇਰੇ ਤੇ ਮੇਰੇ ਖਾਲਸੇ ਦੇ ਵਿੱਚ ਕੋਈ ਫਰਕ ਨਹੀਂ ਹੈ, ਤੇ ਸੱਚ ਜਾਣਿਓ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਉਸ ਨਿਰੰਕਾਰ ਵਿੱਚ ਵੀ ਕੋਈ ਫਰਕ ਨਹੀਂ ਹੈ। ਕਿਉਂ ਆਪਾਂ ਪੜ੍ਹਦੇ ਹਾਂ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪੜ੍ਹਦੇ ਆ ਨਾ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਜੋਤ ਤੇ ਉਹੀ ਹੈ, ਘਰ ਜ਼ਰੂਰ ਬਦਲੇ ਗਏ ਨੇ, ਸਰੀਰ ਮਹਿਲ ਜ਼ਰੂਰ ਬਦਲੇ ਗਏ ਨੇ, ਜੋਤ ਤੇ ਉਹੀ ਚੱਲ ਰਹੀ ਹੈ ਨਾ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਅਤੇ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਪਾਰ ਬ੍ਰਹਮ ਜਾਣ ਕੇ ਨਮਸਕਾਰ ਕੀਤੀ ਹੈ। ਜੋਤ ਉਹੀ ਹੈ। ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਅੰਦਰੋਂ ਟਿਕਦੀ ਹੈ ਤੇ ਉਸੇ ਜੋਤ ਨੂੰ ਹੀ ਨਮਸਕਾਰ ਕੀਤੀ ਜਾ ਰਹੀ ਹੈ। ਉਸ ਜੋਤ ਨੂੰ ਹੀ ਭੱਟ ਕਾਲਿਆ ਸਹਾਰ ਵੇਖ ਰਹੇ ਨੇ, ਸਰੀਰ ਨੂੰ ਨਹੀਂ ਵੇਖ ਰਹੇ, ਉਸ ਜੋਤ ਨੂੰ ਵੇਖਦੇ ਨੇ। ਤੇ ਉਹ ਜਿਹੜੀ ਉਸੇ ਜੋਤ ਨਹੀਂ ਉਸਤਤ ਕਰਦੇ ਨੇ, ਕਹਿੰਦੇ ਨੇ ਗੁਰੂ ਅਰਜਨ ਪੁਰਖ ਪਰਮਾਨ, ਤੁਸੀਂ ਉਹ ਪੁਰਖ ਹੋ ਜਿਸ ਨੂੰ ਅਸੀਂ ਰੋਜ਼ ਪੜ੍ਹੀ ਜਾ ਰਹੇ ਹਾਂ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ, ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਕਿਆ ਤੁਸੀਂ ਅਕਾਲ ਪੁਰਖ ਪਰਮਾਤਮਾ ਦੀ ਹੀ ਸਭ ਰੂਪ ਹੋ, ਤੇ ਕਿਵੇਂ ਪਾਰਥੋ ਚਾਲੈ ਨਾਹੀ। ਇੱਥੇ ਪਰਾਥੋ ਕਈ ਵਾਰੀ ਅਸੀਂ ਪੜ੍ਹ ਦਿੰਦੇ ਹਾਂ, ਕਈ ਵਾਰੀ ਕਿਵੇਂ ਪੜ੍ਹ ਦਿੰਦੇ ਹਾਂ। ਜਿਹੜੇ ਪਾਠ ਕਰਨ ਵਾਲੇ ਨੇ, ਮੈਂ ਨਾਲ ਨਾਲ ਬੇਨਤੀ ਕਰੀ ਜਾਵਾਂਗਾ ਵੀ ਅਸੀਂ ਲਗਾ ਮਾਤਰਾ ਨੂੰ ਵੇਖ ਕੇ ਪੜ੍ਹੀਏ। ਪਾਰਥੋ, ਪੱਪੇ ਨੂੰ ਕੰਨਾ, ਪਾਰਥੋ ਚਾਲੈ ਨਾਹੀ। ਇੱਥੇ ਪਾਰਥੋ ਦਾ ਅਰਥ ਹੈ ਅਰਜਨ, ਜੋ ਪਾਂਡਵ ਕੁਲ ਦੇ ਵਿੱਚ ਹੋਇਆ। ਪਾਰਥੋ ਪਾਂਡਵ, ਅਰਜਨ ਉਹ ਜਿਹਦੇ ਤੀਰ ਬੜੇ ਮਸ਼ਹੂਰ ਨੇ, ਜਿਸ ਦੇ ਤੀਰਾਂ ਦੀ ਗੱਲ ਕੀਤੀ ਜਾਂਦੀ ਹੈ। ਕੁਰਕਸ਼ੇਤਰ ਦੇ ਵਿੱਚ ਅਰਜਨ ਦੇ ਤੀਰ ਵੈਰੀ ਦੇ ਉੱਪਰ ਚੱਲਦੇ ਨੇ, ਪਰ ਅਰਜਨ ਪੈਰ ਪਿਛਾ ਨਹੀਂ ਹਟਾਉਂਦਾ। ਹੁਣ ਭੱਟ ਕਾਲਿਆ ਸਹਾਰ ਜੋ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਸਤਤ ਕਰਦਿਆਂ ਹੋਇਆਂ ਤੇ ਉਦਾਹਰਣ ਨਾਲ ਦੇ ਦਿੱਤਾ। ਤੁਲਨਾ ਨਹੀਂ ਅਸੀਂ ਕਰ ਸਕਦੇ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ। ਕੇਵਲ ਉਦਾਹਰਣ ਵਜੋਂ ਭੱਟ ਕਾਲਿਆ ਸਹਾਰ ਨੇ ਉਦਾਹਰਣ ਦਿੱਤਾ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜਿਹੜਾ ਇਤਿਹਾਸ ਹੈ, ਜੋ ਪੱਖ ਹੈ, ਉਹ ਸਾਨੂੰ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ। ਕਿਆ ਉਹ ਪਾਰਥੋ, ਉਹ ਪਾਂਡਵਾਂ ਦੇ ਵਿੱਚੋਂ ਅਰਜਨ ਜਿਹੜਾ ਹੈ, ਪਾਤਸ਼ਾਹ ਦੇ ਪਰਥਾਏ ਆਪਾਂ ਵਿਚਾਰ ਕਰਦੇ ਹਾਂ, ਥੋੜਾ ਜਿਹਾ ਧਿਆਨ ਦੇ ਲਿਆ ਜੀ। ਕੁਰਖੇਤਰ ਦੇ ਵਿੱਚ ਜਦੋਂ ਤੀਰ ਚਲਾਉਂਦਾ ਹੈ, ਤੇ ਤੀਰ ਚਲਾਉਂਦਾ ਵੈਰੀ ਦੇ ਉੱਪਰ ਪਿਛਾ ਨਹੀਂ ਪੈਰ ਹਟਾਉਂਦਾ। ਵੈਰੀ ਨੂੰ ਉਹ ਤੀਰਾਂ ਨਾਲ ਵਿੰਨਦਾ ਹੈ। ਤੇ ਕਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੁਸੀਂ ਵਿਕਾਰਾਂ ਰੂਪੀ ਵੈਰੀਆਂ ਨੂੰ ਗੁਰੂ ਸ਼ਬਦ ਦੇ ਤੀਰਾਂ ਨਾਲ ਵਿੰਨ ਦਿੱਤਾ ਹੈ। ਤੁਸੀਂ ਵਿਕਾਰਾਂ ਰੂਪੀ, ਕਿਉਂਕਿ ਇੱਕ ਯੋਧਾ ਉਹ ਹੈ ਜਿਹੜਾ ਸੂਰਮੇ ਜੰਗ ਦੇ ਵਿੱਚ ਸੂਰਮ ਗਤੀ ਵਿਖਾਉਂਦਾ ਹੈ, ਆਪਣੇ ਸ਼ਸਤਰਾਂ ਦੇ ਦੁਆਰਾ
ਇੱਕ ਸੂਰਮਾ ਉਹ ਹੈ ਜਿਸ ਨੂੰ ਅਸੀਂ ਰੋਜ਼ ਪੜ੍ਹ ਰਹੇ ਹਾਂ, ਹਰ ਰੰਗ ਲਾਗੋ ਇਸ ਯੁਗ ਮੈਂ ਜਾਂ ਕੋ, ਜਿਸ ਨੂੰ ਹਰ ਰੰਗ, ਪਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ ਇਸ ਯੁੱਗ ਦੇ ਵਿੱਚ, ਉਹ ਸੂਰਮਾ ਹੈ। ਪਰਮਾਤਮਾ ਦੇ ਨਾਮ ਦਾ ਰੰਗ ਜਿਸ ਨੂੰ ਚੜ ਜਾਂਦਾ ਹੁੰਦਾ ਹੈ ਨਾ, ਉਹ ਵੱਡੇ ਵੱਡੇ ਸੂਰਮਾ ਇਹਨੂੰ ਕਾਬੂ ਕਰ ਲੈਂਦਾ ਹੈ। ਇਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ, ਹੰਕਾਰ, ਵਿਕਾਰ ਜਿਹੜੇ ਨੇ ਨਾ, ਇਹਨਾਂ ਨੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਥੱਲੇ ਸੁੱਟ ਦਿੱਤਾ। ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਇਹਨਾਂ ਨੇ ਨੀਵਾਂ ਵਿਖਾ ਦਿੱਤਾ। ਜਿਹੜੇ ਆਪਣੇ ਆਪ ਨੂੰ ਬੜੇ ਬੜੇ ਰਿਸ਼ੀ ਕਹਾਉਂਦੇ ਸਨ, ਉਹਨਾਂ ਨੂੰ ਨੀਵਾਂ ਵਿਖਾ ਦਿੱਤਾ। ਇੱਥੇ ਤੱਕ ਗਿਰਾਵਟ ਆ ਗਈ ਕਿ ਬ੍ਰਹਮਾ ਦਾ ਵੀ ਆਪਾਂ ਸਾਰੇ ਇਤਿਹਾਸ ਪੜ੍ਹਦੇ ਹਾਂ, ਕਿੱਥੇ ਉਹਦਾ ਧਿਆਨ ਚਲੇ ਗਿਆ। ਜੇ ਅੱਜ ਦੇ ਅਸੀਂ ਚੈਨਲਾਂ ਦੇ ਵਿੱਚ ਵੇਖੀਏ ਤੇ ਜਿਹੜੇ ਆਪਣੇ ਆਪ ਨੂੰ ਬਾਪੂ ਖਵਾਉਂਦੇ ਸਨ, ਜਿਨ੍ਹਾਂ ਦੀਆਂ ਲੋਕੀ ਤਸਵੀਰਾਂ ਪੂਜਦੇ ਸਨ, ਉਹ ਕਿਸ ਕਰੈਕਟਰ ਪੱਖੋਂ ਕਿਸ ਥਾਂ ਤੇ ਜਾ ਕੇ ਗਿਰ ਗਏ। ਇਸ ਕਰਕੇ ਉਦੋਂ ਵੀ ਐਵੇਂ ਜੇ ਵਰਤਾਰੇ ਵਰਤਦੇ ਸਨ ਤੇ ਅੱਜ ਵੀ। ਤੇ ਜਦੋਂ ਭੱਟ ਕਾਲਿਆ ਸਹਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਵੇਖਦੇ ਨੇ, ਸਤਿਗੁਰੂ ਜੀ ਤੁਸੀਂ ਸਤਿ ਹੋ, ਤੁਸੀਂ ਆਚਰਣ ਕਰਕੇ ਬਹੁਤ ਉੱਚੇ ਹੋ, ਤੁਹਾਡਾ ਆ ਜਿਹੜਾ ਆਚਰਣ ਹੈ ਬੜਾ ਉੱਚਾ ਹੈ, ਕਿਉਂਕਿ ਤੁਸੀਂ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਤੁਸੀਂ ਇਹਨਾਂ ਨੂੰ ਕਾਬੂ ਕਰ ਲਿਆ ਹੈ, ਇਹਨਾਂ ਨੂੰ ਨੇਣ ਕੇ ਬੰਨਿਆ ਹੋਇਆ ਹੈ। ਦਾਤਿਆ ਤੇਰੇ ਇਹ ਅਧੀਨਗੀ ਮੰਨਦੇ ਨੇ, ਤੇਰੇ ਅਧੀਨ ਹੋ ਕੇ ਚੱਲਦੇ ਨੇ, ਕਿਉਂਕਿ ਤੁਸੀਂ ਆਪਣੇ ਜਨਮ ਨੂੰ ਸਵਾਰ ਲਿਆ। ਕਿਵੇਂ ਜੀ? ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ, ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਸ਼ਬਦ ਨੇ ਤੁਹਾਨੂੰ ਸਵਾਰ ਦਿੱਤਾ ਹੈ। ਜਿਨ ਤੂੰ ਸਾਜ, ਧਿਆਨ ਦਿਆ ਜੇ ਹੁਣ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਵਨ ਬਚਨ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਜਿਨ ਤੂੰ ਸਾਜ, ਸਾਜ ਤੋਂ ਭਾਵ ਹੈ ਬਣਾਇਆ, ਤੇ ਨਿਰਾ ਬਣਾਇਆ ਹੀ ਨਹੀਂ ਹੈ। ਹੁਣ ਕੋਈ ਘਰ ਨੂੰ ਬਣਾ ਦੇਵੇ ਤੇ ਫਿਰ ਉਹਨੂੰ ਸਵਾਰੇ ਨਾ ਤੇ ਰਹਿਣ ਵਾਸਤੇ ਨਹੀਂ ਗੱਲ ਬਣਦੀ। ਪਹਿਲਾਂ ਉਹਨੂੰ ਸਟਰਕਚਰ ਨੂੰ ਤਿਆਰ ਕਰਨਾ, ਫਿਰ ਉਹਨੂੰ ਬਣਾਉਣਾ, ਫਿਰ ਉਹਨੂੰ ਸ਼ਿੰਗਾਰਨਾ, ਸ਼ਿੰਗਾਰ ਕੇ ਫਿਰ ਉਹਦੇ ਵਿੱਚ ਮਨੁੱਖ ਆਪਣੀ ਵਾਸਿਓਂ ਕਰਦਾ ਰਹਿੰਦਾ ਹੈ। ਦਾਤਿਆ ਤੂੰ ਗੁਰੂ ਅਰਜਨ ਸਾਹਿਬ ਨੂੰ ਬਣਾਇਆ ਹੈ, ਫਿਰ ਉਹਨੂੰ ਸਵਾਰਿਆ ਹੈ, ਸਵਾਰ ਕੇ ਉਹਨੂੰ ਸ਼ਿੰਗਾਰਿਆ ਹੈ, ਤੇ ਸ਼ਿੰਗਾਰ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਿੱਚ ਭੱਟ ਕਾਲਿਆ ਸਹਾਰ ਕਹਿੰਦੇ ਨੇ, ਪਾਰ ਬ੍ਰਹਮ ਦਾਤਾ ਜੀ ਤੁਸੀਂ ਆਪ ਟਿਕ ਗਏ ਹੋ। ਬਣਾਇਆ, ਸਵਾਰਿਆ, ਸ਼ਿੰਗਾਰਿਆ, ਸ਼ਿੰਗਾਰ ਕੇ ਫਿਰ ਆਪ ਆਪਣਾ ਉਸ ਘਰ ਦੇ ਵਿੱਚ ਨਿਵਾਸ ਕੀਤਾ। ਜਿਵੇਂ ਅੱਜ ਦਾ ਮਨੁੱਖ ਕੋਈ ਘਰ ਤਿਆਰ ਕਰਦਾ ਹੈ, ਬਣਾਉਂਦਾ ਹੈ, ਸਵਾਰਦਾ ਹੈ, ਸ਼ਿੰਗਾਰਦਾ ਹੈ, ਫਿਰ ਆਪਣੀ ਉਸ ਘਰ ਦੇ ਵਿੱਚ ਰਹਿائش ਕਰਦਾ ਹੈ। ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬਣਾ ਕੇ, ਸਵਾਰ ਕੇ, ਸ਼ਿੰਗਾਰ ਕੇ ਆਪਣਾ ਨਿਵਾਸ ਉੱਥੇ ਕਰ ਲਿਆ। ਭੱਟ ਕਾਲਿਆ ਸਹਾਰ ਜੀ ਇੰਨਾ ਨੇੜੇ ਹੋ ਕੇ ਵੇਖ ਰਹੇ ਨੇ। ਨਾਮ ਨਿਸ਼ਾਨ ਨੇਜਾ, ਨੇਜਾ ਜਿਹੜਾ ਹੈ ਨਾ ਨਾਮ ਦਾ ਪ੍ਰਕਾਸ਼, ਉਹ ਤੁਸੀਂ ਜਿਵੇਂ ਅਸੀਂ ਸਫ਼ਰ ਤੇ ਤੁਰਨਾ ਹੋਵੇ ਨਾ, ਸਾਡੇ ਕੋਲ ਰੋਸ਼ਨੀ ਚਾਹੀਦੀ ਹੈ। ਰਾਤ ਨੂੰ ਗੱਡੀ ਦੀਆਂ ਹੈਡਲਾਈਟਾਂ ਜਗਾ ਲੈਂਦੇ ਆ ਚਾਨਣਾ ਕਰਨ ਵਾਸਤੇ, ਤੇ ਸੰਸਾਰ ਦੇ ਸਫ਼ਰ ਤੇ ਤੁਸੀਂ ਤੁਰੇ ਹੋ, ਸੰਸਾਰੀ ਜੀਵਾਂ ਨੂੰ ਰਾਹ ਪਾਉਣ ਵਾਸਤੇ ਤੁਰੇ ਹੋ, ਤੇ ਤੁਸੀਂ ਨਾਮ ਦਾ ਨਿਸ਼ਾਨ, ਨਾਮ ਦਾ ਚਾਨਣਾ ਭਾਵ ਨਾਮ ਦਾ ਪ੍ਰਕਾਸ਼ ਜਿਹੜਾ ਤੁਸੀਂ ਉਹ ਦਿੱਤਾ ਹੈ। ਤੁਹਾਡੇ ਹੱਥ ਵਿੱਚ ਨਾਮ ਦਾ ਨੇਜਾ ਹੈ। ਤੇ ਸਿਆਣੇ ਜਦੋਂ ਘਰੋਂ ਚੱਲਦੇ ਨੇ ਨਾ, ਤੁਰਦੇ ਨੇ, ਤੇ ਕੋਈ ਨਾ ਕੋਈ ਹੱਥ ਦੇ ਵਿੱਚ ਮੋਟਾ ਸੋਟਾ ਹੀ ਫੜ ਲੈਂਦੇ ਨੇ, ਕੋਈ ਸ਼ਸਤਰ ਫੜ ਲੈਂਦੇ ਨੇ। ਜਦੋਂ ਰਾਹ ਵਿੱਚ ਤੁਰਨਾ ਹੋਵੇ ਤੇ ਆਮ ਬਜ਼ੁਰਗ ਮੈਂ ਵੇਖੇ ਨੇ, ਕਈ ਮੀਂਹ ਪਵੇ ਤੇ ਭਾਵੇਂ ਨਾ ਪਵੇ ਹੱਥ ਵਿੱਚ ਛਤੜੀ ਰੱਖਦੇ ਨੇ, ਵੀ ਕੋਈ ਪਤਾ ਕਿਹੜੇ ਟਾਈਮ ਮੀਂਹ ਪੈਣਾ ਸ਼ੁਰੂ ਹੋ ਜਾਂਦਾ।
ਜਾਂ ਸ਼ਸਤਰ ਰੱਖਣਗੇ। ਤੇ ਕਈਆਂ ਨੇ ਇਹੋ ਜਿਹੇ ਹੁੰਦੇ ਨੇ ਕਿ ਨਿੱਕੀ ਜੀ ਟਾਰਚ ਵੀ ਜ਼ਰੂਰ ਜੇਬ 'ਚ ਪਾਈ ਹੁੰਦੀ ਹੈ ਵੀ ਕਿਹੜਾ ਕੋਈ ਪਤਾ ਨਹੀਂ ਕਿੱਥੇ ਹਨੇਰਾ ਪਵੇ ਤੇ ਚਾਨਣੇ ਦੀ ਲੋੜ ਪਵੇ। ਹੁਣ ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਹ ਗੱਲਾਂ ਤਾਂ ਕਹਿ ਰਹੀਆਂ ਦੁਨਿਆਵੀ ਕਿ ਪਕੜ ਵਿੱਚ ਆ ਜਾਵੇ। ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਨਾਮ ਦਾ ਤੁਹਾਡੇ ਕੋਲ ਚਾਨਣਾ ਹੈ ਤੇ ਉਹ ਨਾਮ ਦਾ ਚਾਨਣਾ ਤੁਸੀਂ ਮਨੁੱਖਤਾ ਨੂੰ ਵੰਡ ਰਹੇ ਹੋ। ਹੁਣ ਚਾਨਣਾ ਤੇ ਹੈ, ਗੁਰੂ ਨੇ ਤੇ ਚਾਨਣਾ ਕੀਤਾ ਏ, ਪ੍ਰਕਾਸ਼ ਕੀਤਾ ਏ। ਉਸ ਪ੍ਰਕਾਸ਼ ਦਾ ਕੋਈ ਆਨੰਦ ਮਾਣੇ ਨਾ ਮਾਣੇ, ਲੁਪਤ ਉਠਾਵੇ ਨਾ ਉਠਾਵੇ। ਹੁਣ ਹੋਰ ਉਦਾਹਰਨ ਦੇਵਾਂ। ਸੂਰਜ ਦੀਆਂ ਕਿਰਨਾਂ ਤੇ ਨਿਕਲੀਆਂ ਨੇ, ਸੂਰਜ ਦੀਆਂ ਕਿਰਨਾਂ ਨਿਕਲੀਆਂ ਹੋਈਆਂ ਨੇ, ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ। ਕੋਈ ਘਰ ਦੇ ਦਰਵਾਜ਼ੇ ਬੰਦ ਕਰ ਲੇ, ਦਰਵਾਜ਼ੇ ਨਿਰੇ ਬੰਦ ਨਹੀਂ, ਫਿਰ ਅੱਗੇ ਪਰਦੇ ਲਾ ਲਵੇ ਤੇ ਫਿਰ ਅੰਦਰ ਹਨੇਰਾ ਹੋ ਜਾਏਗਾ। ਤੇ ਜੇ ਅੰਦਰ ਬੈਠਾ ਹੋਇਆ ਕਵੇ ਵੀ ਅੱਜ ਸੂਰਜ ਨਿਕਲਿਆ ਹੀ ਨਹੀਂ, ਹਨੇਰਾ ਹੈ, ਤੇ ਸਿਆਣਾ ਕਹੇਗਾ ਤੂੰ ਆਪਣੇ ਦਰਵਾਜ਼ੇ ਖੋਲੇ ਹੀ ਨਹੀਂ, ਪਰਦੇ ਹਟਾ, ਨਹੀਂ ਸੂਰਜ ਨਿਕਲਿਆ ਹੀ। ਸੂਰਜ ਜਿਹੜਾ ਹੈ ਉਹ ਤੇ ਦਰਵਾਜ਼ੇ ਉੱਤੇ ਵੀ ਉਹਦੀਆਂ ਕਿਰਨਾਂ ਪੈ ਰਹੀਆਂ ਨੇ, ਉਹਦੀਆਂ ਛੱਤ ਤੇ ਵੀ ਕਿਰਨਾਂ ਪੈ ਰਹੀਆਂ ਨੇ, ਸੂਰਜ ਦੀਆਂ ਵਿੰਡੋ ਤੇ ਵੀ ਕਿਰਨਾਂ ਪੈ ਰਹੀਆਂ ਨੇ, ਰੋਸ਼ਨਦਾਨਾਂ ਤੇ ਵੀ ਕਿਰਨਾਂ ਪੈ ਰਹੀਆਂ ਨੇ। ਉਹ ਤੇ ਕਿਰਨਾਂ ਕਹਿੰਦੀਆਂ ਨੇ ਕਿਧਰੋਂ ਥਾਂ ਤੇ ਮਿਲੇ, ਕਿਧਰੋਂ ਥਾਂ ਤੇ ਦੇ ਮੈਨੂੰ ਅੰਦਰ ਆਉਣ ਵਾਸਤੇ। ਜੇ ਕਿਧਰੋਂ ਥਾਂ ਮਿਲ ਗਈ, ਕਿਰਨਾਂ ਕਹਿੰਦੀਆਂ ਨੇ ਮੈਂ ਅੰਦਰ ਆ ਕੇ ਅੰਦਰ ਦਾ ਅੰਧਕਾਰ ਮਿਟਾ ਦਿਆਂਗੀ। ਕਿਰਨਾਂ ਕਹਿ ਰਹੀਆਂ ਨੇ ਕਿਧਰੋਂ ਥਾਂ ਛੱਡ, ਮੈਂ ਅੰਦਰ ਆਵਾਂਗੀਆਂ ਤੇ ਅੰਦਰ ਦਾ ਹਨੇਰਾ ਦੂਰ ਕਰ ਦਿਆਂਗੀਆਂ। ਪਰ ਜੇ ਕਿਸੇ ਨੇ ਥਾਂ ਹੀ ਨਾ ਛੱਡੀ ਹੋਵੇ, ਦਰਵਾਜ਼ੇ ਵੀ ਬੰਦ, ਰੋਸ਼ਨਦਾਨ ਵੀ ਬੰਦ, ਅੱਗੇ ਪਰਦੇ ਲਾ ਦਿੱਤੇ, ਹਨੇਰਾ ਪਿਆ ਹੈ, ਤੇ ਕਹੀ ਜਾਵੇ ਅੱਜ ਕਿਰਨਾਂ ਹੀ ਨਹੀਂ ਨਿਕਲੀਆਂ, ਅੱਜ ਸੂਰਜ ਹੀ ਨਹੀਂ ਚੜਿਆ। ਨਹੀਂ ਜੀ, ਸੂਰਜ ਚੜਿਆ ਹੈ, ਕਿਰਨਾਂ ਨਿਕਲੀਆਂ ਨੇ। ਬੰਦਿਆ ਤੂੰ ਆਪਦੇ ਜਿਹੜੇ ਪਰਦੇ ਬੰਦ ਕੀਤੇ ਨੇ, ਤੇਰੇ ਅੰਦਰ ਗੁਰੂ ਦਾ ਗਿਆਨ ਜਾ ਹੀ ਨਹੀਂ ਰਿਹਾ। ਹਾਂ, ਜੇ ਕਿਤੇ ਗੁਰੂ ਦਾ ਗਿਆਨ ਤੇਰੇ ਅੰਦਰ ਚਲੇ ਜਾਵੇ, ਬਾਣੀ ਦਾ ਉਪਦੇਸ਼ ਤੇਰੇ ਅੰਦਰ ਚਲੇ ਜਾਵੇ। ਕਈ ਵਾਰੀ ਅਸੀਂ ਕਹਿੰਦੇ ਆ ਨਾ ਬਾਣੀ ਪੜ੍ਹਦੇ ਆ, ਪਰ ਬਾਣੀ ਪੜ੍ਹਦੇ ਆ, ਬਾਣੀ ਨੂੰ ਅੰਦਰ ਨਿਗਲਦੇ ਨਹੀਂ, ਮੀਨਸ ਗੁਰੂ ਦਾ ਉਪਦੇਸ਼ ਅੰਦਰ ਵਸਾਉਂਦੇ ਨਹੀਂ। ਪੜ੍ਹ ਜ਼ਰੂਰ ਲੈਂਦੇ ਆ। ਉਦਾਹਰਨ ਦੇ ਦੇਵਾਂ, ਜੇ ਕੋਈ ਪਾਣੀ ਨੂੰ ਮੂੰਹ 'ਚ ਪਾਵੇ, ਕਰੋਲੀਆਂ ਕਰੀ ਜਾਵੇ, ਕਰੋਲੀਆਂ ਕਰੇ ਤੇ ਕੱਢ ਦੇਵੇ, ਕਰੋਲੀ ਕਰੇ ਤੇ ਕੱਢ ਦੇਵੇ, ਪਰ ਪੇਟ ਵਿੱਚ ਨਾ ਜਾਣ ਦੇਵੇ ਕਿ ਉਹਦੀ ਪਿਆਸ ਬੁਝ ਜਾਏਗੀ। ਉਦਾਹਰਣ ਹੀ ਹੈ ਨਾ ਇੱਕ ਸਮਝਣ ਵਾਸਤੇ। ਜੇ ਉਧਰ ਦੇ ਵਿੱਚ ਉਹ ਪਾਣੀ ਅੰਦਰ ਨਾ ਜਾਣ ਦੇਵੇ ਤੇ ਕਵੇ ਮੇਰੀ ਤੇ ਪਿਆਸ ਹੀ ਨਹੀਂ ਬੁਝ ਰਹੀ, ਤੇ ਕੋਈ ਕਵੇਗਾ ਪਿਆਸ ਤਾਂ ਬੁਝੇਗੀ ਪਾਣੀ ਅੰਦਰ ਜਾਣ ਦੇ, ਤੂੰ ਤੇ ਕਰੋਲੀਆਂ ਹੀ ਕਰੀ ਜਾ ਰਿਹਾ। ਕਰੋਲੀਆਂ ਕਰਨ ਨਾਲ ਪਿਆਸ ਨਹੀਂ ਬੁਝਦੀ। ਕਹਿਣ ਤੋਂ ਭਾਵ ਕਿ ਅਸੀਂ ਕੇਵਲ ਅਜੇ ਬਾਣੀ ਪੜ੍ਹਦੇ ਜ਼ਰੂਰ ਆ, ਕੇਵਲ ਕਰੋਲੀਆਂ ਕਰਦੇ ਆ, ਅੰਦਰ ਬਾਣੀ ਨੂੰ, ਗੁਰੂ ਦੇ ਉਪਦੇਸ਼ ਨੂੰ ਜਾਣ ਨਹੀਂ ਦਿੰਦੇ। ਤੇ ਜਿੰਨਾ ਚਿਰ ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ ਸਾਡੇ ਅੰਦਰ ਨਹੀਂ ਜਾਂਦੀ, ਉਸ ਨੂੰ ਅਸੀਂ ਜੀਵਨ ਦੇ ਵਿੱਚ ਉਤਾਰਦੇ ਨਹੀਂ, ਜੀਵਨ ਵਿੱਚ ਫਾਲੋ ਨਹੀਂ ਕਰਦੇ, ਉਹਨਾਂ ਚਿਰ ਚਾਨਣਾ ਕਿਵੇਂ ਹੋਵੇ, ਪ੍ਰਕਾਸ਼ ਕਿਵੇਂ ਹੁੰਦੀ ਹੈ, ਅੰਧਕਾਰ ਕਿਵੇਂ ਮਿਟੇ। ਜਿਨ੍ਹਾਂ ਦਾ ਮਿਟ ਗਿਆ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿ ਰਹੇ ਨੇ, ਭੱਟ ਕਾਲਿਆ ਸਹਾਰ ਨੇਜਾ ਨਾਮ ਨਿਸ਼ਾਨ। ਤੁਸੀਂ ਨਾਮ ਦਾ ਨੇਜਾ, ਨੇਜਾ ਜਿਹੜਾ ਹੈ ਨਾ ਉਹ 3.5 ਗਜ ਲੰਮਾ, 7 ਕ ਹੱਥ ਉਹਦੀ ਲੰਬਾਈ ਹੁੰਦੀ ਹੈ, 7 ਹੱਥ। ਹੱਥ ਦੀ ਉਂਗਲੀ, ਵੱਡੀ ਉਂਗਲੀ ਤੋਂ ਲੈ ਕੇ ਕੋਹਣੀ ਤੱਕ ਇਸ ਨੂੰ ਇੱਕ ਹੱਥ ਕਹਿੰਦੇ ਨੇ। ਤੇ ਜਿਹੜੇ ਸਿਆਣੇ ਸਾਡੇ ਬਜ਼ੁਰਗ ਸਨ, ਉਦੋਂ ਫੁੱਟਿਆਂ ਤੇ ਇੰਚਾਂ ਦੇ ਨਾਲ ਨਹੀਂ ਸੀ ਨਾਪਦੇ, ਉਦੋਂ ਕਰਮਾਂ ਦੇ ਨਾਲ ਹੀ ਧਰਤੀ ਨਾਪ ਦਿੰਦੇ ਸਨ, ਪੈਲੀ। ਤੇ ਇਹ ਜਿਹੜੀਆਂ ਨਪਤ ਕਹਿੰਦੇ ਸਨ, ਹੱਥਾਂ ਦੇ ਨਾਲ ਨਪਤ ਕਰ ਦਿੰਦੇ ਸਨ ਵੀ ਇੰਨੇ ਹੱਥ, ਇੰਨੇ ਫੁੱਟ ਬਣ ਗਏ। ਹੁਣ ਉਹ ਜਿਹੜੀਆਂ ਇਕਾਈਆਂ ਨੇ ਚਲੇ ਗਈਆਂ ਨੇ, ਉਦੋਂ ਫੁੱਟੇ ਇੰਚ ਨਹੀਂ ਸਨ ਹੁੰਦੇ। ਧਿਆਨ ਦਿਆ ਜੇ, 3.5 ਗਜ 7 ਹੱਥ ਲੰਮਾ ਨੇਜਾ ਹੁੰਦਾ ਹੈ। ਪਿੱਛੇ ਡਾਂਗ ਲੱਗੀ ਹੁੰਦੀ ਹੈ, ਅੱਗੇ ਲੋਹਾ ਲੱਗਾ ਹੁੰਦਾ, ਸੂਆ ਜਿਹਾ ਬਣਿਆ ਹੁੰਦਾ ਹੈ। ਹੁਣ ਇੱਥੇ ਕਵੀ ਨੇ, ਭੱਟ ਕਾਲਿਆ ਸਹਾਰ ਨੇ ਕਿਹਾ, ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਤੁਹਾਡੇ ਹੱਥ ਵਿੱਚ ਪਰਮਾਤਮਾ ਨੇ ਇੱਕ ਨੇਜਾ ਫੜਾਇਆ, ਨਾਮ ਦਾ ਨੇਜਾ।
ਇਹ ਨਾਮ ਦੇ ਨੇਜੇ ਦੀ ਗੱਲ ਹੋ ਗਈ। ਤੇ ਜੇ ਵਾਕਿਆ ਹੀ ਉਸ ਦੂਸਰੇ ਨੇਜੇ ਦੀ ਗੱਲ ਕਰੀਏ ਜਿਹਨੂੰ ਅਸੀਂ ਹਥਿਆਰ ਕਹਿੰਦੇ ਆ, ਅੱਗੇ ਸੂਆ ਲੱਗਾ, ਪਿੱਛੇ ਲੱਕੜ ਦਾ ਡੰਡਾ ਏ, ਜਿਹਨੂੰ 3.5 ਗਜ ਦਾ ਮੈਂ ਕਹਿ ਰਿਹਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹ ਨੇਜਾ ਵੀ ਫੜਿਆ ਜੀ। ਤੁਸੀਂ ਕਹੋਗੇ ਕਿੱਥੇ ਉਹਨੇ ਵਾਹਿਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ, ਨੇਜਾ ਕਿੱਥੇ ਚਲਾਇਆ ਸੀ? ਮੈਂ ਨੇਜੇ ਤੇ ਗੱਲ ਆ ਗਈ ਤੇ ਮੈਂ ਥੋੜਾ ਜਿਹਾ ਧਿਆਨ ਆਪ ਦਾ ਇਸ ਪਾਸੇ ਨੂੰ ਦਵਾ ਕੇ ਅੱਗੇ ਚੱਲਦਾ। ਜਦੋਂ ਸਤਿਗੁਰੂ ਜੀ ਫਲੌਰ ਤੋਂ 10 ਕਿਲੋਮੀਟਰ ਦੂਰੀ ਤੇ ਮਾਓ ਪਿੰਡ ਹੈ, ਜਿਹਨੂੰ ਅੱਜ ਮਾਓ ਸਾਹਿਬ ਕਹਿੰਦੇ ਅਸੀਂ, ਮਾਓ ਪਿੰਡ ਹੈ ਜਿਹਨੂੰ ਅੱਜ ਮਾਓ ਸਾਹਿਬ ਕਹਿੰਦੇ ਆ। ਕਿ ਕਿਉਂ ਕਹਿੰਦੇ ਆ ਉਸ ਨੂੰ ਮਾਓ ਸਾਹਿਬ? ਕਿ ਉੱਥੇ ਸਾਹਿਬਾਂ ਦੇ ਚਰਨ ਪਏ ਨੇ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੀ ਮਾਤਾ ਗੰਗਾ ਜੀ ਨੂੰ ਵਿਆਹੁਣ ਗਏ ਨੇ। ਜਦੋਂ ਵਿਆਹੁਣ ਗਏ ਨੇ ਨਾ, ਉਦੋਂ ਭਾਈ ਸਾਲੋ, ਭਾਈ ਮੰਝ, ਸਾਈਂ ਮੀਆਂ ਮੀਰ, ਇਹ ਗੁਰੂ ਸਾਹਿਬ ਜੀ ਦੀ ਬਰਾਤੇ ਗਏ ਨੇ। ਸਾਈਂ ਮੀਆਂ ਮੀਰ ਦਾ ਵੀ ਮੈਂ ਆਉਣ ਵਾਲੇ ਸਮੇਂ ਵਿੱਚ ਅੱਗੇ ਦੱਸਾਂਗਾ। ਗੁਰੂ ਸਾਹਿਬ ਜੀ ਦੇ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕਿੰਨੀ ਨੇੜਤਾ ਸੀ। ਜੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਖਸ਼ਿਸ਼ਾਂ ਦੀ ਗੱਲ ਕਹੀਏ ਨਾ, ਸੈਯਦ ਅਜੀਮ ਖਾਨ ਗਵਰਨਰ ਜਿਹੜਾ ਹੈ ਨਾ ਜਲੰਧਰ ਦਾ, ਸੈਯਦ ਅਜੀਮ ਖਾਨ ਗਵਰਨਰ ਜਲੰਧਰ ਦਾ, ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਦੇ ਘਰ ਨੂੰ ਆਪਣਾ ਮੁਰਸ਼ਦ ਮੰਨਣ ਲੱਗ ਪਿਆ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪਣਾ ਉਹ ਰਹਿਬਰ ਮੰਨਦਾ ਸੀ ਅੰਦਰੋਂ। ਤੇ ਜਦੋਂ ਉਸਨੇ ਗਵਰਨਰ ਅਜੀਮ ਖਾਨ ਨੇ ਰਹਿਬਰ ਮੰਨਣਾ ਸ਼ੁਰੂ ਕਰ ਦਿੱਤਾ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੀ, ਪਾਤਸ਼ਾਹ ਕਿਰਪਾ ਕਰੋ, ਜੋ ਅੱਜ ਜਲੰਧਰ ਵਿੱਚ ਕਰਤਾਰਪੁਰ ਹੈ ਨਾ, ਤੁਸੀਂ ਇੱਥੇ ਸਿੱਖੀ ਦਾ ਕੇਂਦਰ ਖੋਲੋ, ਭਾਵ ਭੁੱਲਿਆਂ ਨੂੰ ਰਾਹ ਪਾਓ, ਜਿਹੜੇ ਰਾਹ ਛੱਡ ਕੇ ਕੁਰਾਏ ਪਏ ਨੇ ਸਿੱਖੀ ਦੇ ਕੇਂਦਰ ਤੋਂ ਭਾਵ ਹੈ ਉਹਨਾਂ ਨੂੰ ਸਿੱਧੇ ਰਾਹ ਪਾਵੋ। ਕਿਉਂਕਿ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਤੁਸੀਂ ਭੁੱਲਿਆਂ ਨੂੰ ਰਾਹ ਪਾ ਰਹੇ ਹੋ, ਤੇ ਜਿਹੜੇ ਭੁੱਲੇ ਹੋਏ ਨੇ ਇੱਥੇ ਦੇ ਲੋਕ, ਉਹਨਾਂ ਨੂੰ ਵੀ ਸਮਝਾਵੋ, ਭੁੱਲਿਆਂ ਨੂੰ ਰਾਹ ਪਾਵੋ। ਤੇ ਸਤਿਗੁਰੂ ਜੀ ਨੇ ਜਿਹੜਾ ਗਵਰਨਰ ਅਜੀਮ ਖਾਨ ਹੈ ਜਲੰਧਰ ਦਾ, ਇਸ ਦੇ ਕਹਿਣ ਅਨੁਸਾਰ ਪਾਤਸ਼ਾਹ ਨੇ ਉੱਥੇ ਕੇਂਦਰ ਥਾਪਿਆ ਸੀ। ਜੋ 22 ਮੰਜੀਆਂ 22 ਪੀੜੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਥਾਪਿਤ ਕੀਤੇ ਸਨ, ਉਹ 22 ਮੰਜੀਆਂ ਤੇ 22 ਪੀੜੇ ਜਿਹੜੇ ਸਨ, ਹੁਣ ਸਿੱਖੀ ਦਾ ਫੈਲਾਵ ਜ਼ਿਆਦਾ ਹੋ ਗਿਆ। ਉਹ ਜਿਹੜੇ ਇੰਨਾ ਪ੍ਰਚਾਰ ਨਹੀਂ ਸੀ ਕਰ ਸਕਦੇ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹਰ ਸਿੱਖ ਨੂੰ ਹੀ ਪ੍ਰਚਾਰਕ ਥਾਪ ਦਿੱਤਾ ਸੀ ਵੀ ਹਰ ਸਿੱਖ ਜਿਹੜਾ ਹੈ ਨਾ, ਜਿਹੜਾ ਵੀ ਗੁਰੂ ਨਾਨਕ ਦਾ ਸਿੱਖ ਅਖਵਾਉਂਦਾ ਹੈ, ਉਹ ਸਿੱਖੀ ਦਾ ਪ੍ਰਚਾਰ ਕਰੇ, ਸਿੱਖੀ ਦਾ ਪ੍ਰਚਾਰਕ ਬਣ ਜਾਵੇ। ਅੱਜ ਵੀ ਸਾਨੂੰ ਇਹ ਲੋੜ ਹੈ ਸਾਧ ਸੰਗਤ, ਜੇ ਅਸੀਂ ਸਿੱਖ ਅਖਵਾਉਂਦੇ ਆ ਨਾ, ਜੇ ਗੁਰੂ ਕੇ ਅਸੀਂ ਸਿੱਖ ਹੁੰਦੇ ਆ, ਇਹ ਨਹੀਂ ਵੀ ਜਿਹੜੇ ਗੁਰੂ ਘਰ ਰਾਗੀ ਢਾਡੀ ਕੀਰਤਨੀਏ ਨੇ ਜੇ ਪ੍ਰਚਾਰਕ ਨੇ, ਇਹੀ ਪ੍ਰਚਾਰਕ ਨੇ, ਨਹੀਂ, ਸਾਰਾ ਸਿੱਖ ਜਗਤ ਹੀ ਪ੍ਰਚਾਰਕ ਬਣ ਜਾਵੇ। ਜਦੋਂ ਅਸੀਂ ਸਾਰੇ ਹੀ ਆਪੋ ਆਪਣੀ ਥਾਂ ਤੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਾਂਗੇ ਵਫਾਦਾਰੀ ਦੇ ਨਾਲ, ਤੇ ਇਹ ਘਰ ਘਰ ਮੈਸੇਜ ਪਹੁੰਚ ਸਕਦਾ ਹੈ। ਪਰ ਨਿਰਾ ਇੱਕਾ ਦੁੱਕਾ ਪ੍ਰਚਾਰਕਾਂ ਦੇ ਨਾਲ ਗੱਲ ਨਹੀਂ ਬਣਨੀ। ਗੁਰੂ ਸਾਹਿਬ ਜੀ ਨੇ ਵੇਖਿਆ, ਜਦੋਂ ਆਪ ਜੀ ਤੀਸਰੇ ਜਾਮੇ ਵਿੱਚ ਨੇ, ਜੋਤ ਹੋਈ ਹੈ, 22 ਮੰਜੀਆਂ ਤੇ 52 ਪੀੜੇ ਸਥਾਪੇ ਸਨ ਪ੍ਰਚਾਰ ਕਰਨ ਵਾਸਤੇ। ਹੁਣ ਲੋੜ ਹੈ, ਜਦੋਂ ਅਜੀਮ ਖਾਨ ਵਰਗੇ ਕਹਿਣ ਲੱਗੇ ਪਾਤਸ਼ਾਹ ਸਿੱਖੀ ਦਾ ਪ੍ਰਚਾਰ ਕੇਂਦਰ ਇੱਥੇ ਸਥਾਪਿਤ ਕਰੋ, ਤੇ ਪਾਤਸ਼ਾਹ ਨੇ ਇਸ ਲੋੜਾਂ ਨੂੰ ਵੇਖਦਿਆਂ ਹੋਇਆਂ ਹਰ ਸਿੱਖ ਨੂੰ ਪ੍ਰਚਾਰਕ ਬਣਾ ਦਿੱਤਾ, ਸਾਰੇ ਪ੍ਰਚਾਰ ਕਰੋ। ਗੁਰੂ ਘਰ ਦੇ ਸਿੱਖ ਸ਼ਰਧਾਲੂ ਹੋਣ ਲੱਗ ਪਏ, ਇਸਲਾਮ ਵਾਲੇ, ਮੁਸਲਮਾਨ ਵਾਲੇ ਜਿਹੜੇ ਸਨ। ਜਦੋਂ ਸਾਈਂ ਮੀਆਂ ਮੀਰ ਵਰਗੇ ਵੀ ਗੁਰੂ ਘਰ ਦੇ ਸ਼ਰਧਾਲੂ ਹੋਣ ਲੱਗ ਪਏ, ਤੇ ਜਿਹੜੇ ਕੱਟੜ ਸਨ ਉਹ ਗੁਰੂ ਘਰ ਦੇ ਨਾਲ ਈਰਖਾ ਕਰਨ ਲੱਗ ਪਏ ਸਨ। ਮੈਂ ਇਸ ਪਾਸੇ ਫਿਰ ਆਉਣਾ, ਮੈਂ ਨੇਜੇ ਦੀ ਗੱਲ ਕਰ ਰਿਹਾ। ਕਈਆਂ ਦੇ ਮਨਾਂ ਵਿੱਚ ਖਿਆਲ ਇਹ ਹੁੰਦਾ ਹੈ ਕਿ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਮਹਾਰਾਜ ਨੇ ਜਾਂ ਗੁਰੂ ਰਾਮਦਾਸ ਮਹਾਰਾਜ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸ਼ਸਤਰ ਨਹੀਂ ਚਾਹੇ ਨੇ, ਉਹਨਾਂ ਨੇ ਗਿਆਨ ਦਾ ਸ਼ਸਤਰ ਚਲਾਇਆ, ਗਿਆਨ ਦਾ ਗੋਲਾ ਚਲਾਇਆ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੇ ਸ਼ਸਤਰ ਦੀ ਗੱਲ ਕਰੀਏ, ਹਥਿਆਰ ਦੀ ਗੱਲ ਕਰੀਏ, ਹਥਿਆਰ ਪਲੱਸ ਯਾਰ,
ਜਿਸ ਦੇ ਹੱਥ ਵਿੱਚ ਹੈ ਉਹਦਾ ਹੀ ਯਾਰ ਹੈ ਹਥਿਆਰ। ਇਹਦੀ ਇਹ ਤੇ ਸ਼ਸਤਰ ਨੂੰ ਹਥਿਆਰ ਵੀ ਕਿਹਾ। ਅਸੀਂ ਗੁਰਮਤ ਵਿੱਚ ਸ਼ਸਤਰ ਤੇ ਸ਼ਾਸਤਰ ਕਹਿ ਦਿੰਦੇ ਹਾਂ। ਇਹ ਜਦੋਂ ਸ਼ਾਸਤਰ ਤੇ ਸ਼ਸਤਰ ਦਾ ਸੁਮੇਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੀ ਕਰਾ ਦਿੱਤਾ ਸੀ। ਸ਼ਾਸਤਰ ਤੇ ਸ਼ਸਤਰ ਜਦੋਂ ਪਾਸ਼ਾ ਮਾਓ ਪਿੰਡ ਆਪ ਜੀ ਵਿਆਹਣ ਵਾਸਤੇ ਗਏ ਨੇ, ਕ੍ਰਿਸ਼ਨ ਚੰਦ ਦੀ ਬੇਟੀ ਨੂੰ, ਮਾਤਾ ਗੰਗਾ ਜੀ ਨੂੰ, ਤੇ ਆਪ ਜੀ ਦੇ ਨਾਲ ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ ਮਹਾਂਪੁਰਖ ਸੰਤ ਆਦਿਕ ਨੇ, ਪਿੰਡ ਦਿਆਂ ਨੇ ਖੇਡ ਖੇਡੀ ਤੇ ਬਈ ਇਹਨਾਂ ਸੰਤਾਂ, ਇਹਨਾਂ ਲੰਮਿਆਂ ਝੋਲਿਆਂ ਵਾਲਿਆਂ ਨੇ ਕੀ ਇਸ ਗੰਗਾ ਨੂੰ ਵਿਆਹ ਕੇ ਲਿਜਾਣਾ ਹੈ ਸਾਡੇ ਇਸ ਪਿੰਡ ਦੀ ਬੱਚੀ ਨੂੰ। ਤੇ ਖੇਡ ਉਹ ਚਲਾ ਦਿੱਤੀ ਵੀ ਸਾਡੇ ਇੱਥੇ ਇੱਕ ਰਿਵਾਜ ਹੈ, ਇੱਕ ਰਸਮ ਹੈ, ਇੱਕ ਪਰੰਪਰਾ ਹੈ ਕਿ ਜਿਹੜਾ ਵਿਆਹਣ ਆਵੇ ਉਹ ਕਿੱਲਾ ਪੁੱਟੇ ਨੇਜੇ ਦੇ ਨਾਲ। ਸਤਿਗੁਰੂ ਜੀ ਨੇ ਕ੍ਰਿਸ਼ਨ ਚੰਦ ਨੂੰ, ਜੋ ਸਹੁਰੇ ਦੀ ਥਾਂ ਜਿਨ੍ਹਾਂ ਦੀ ਸੀ, ਕੋਲ ਜਾ ਕੇ ਕਿਹਾ, ਪਿਤਾ ਜੀ ਇਸ ਪ੍ਰੀਖਿਆ ਦੀ ਘੜੀ ਵਿੱਚ ਸਾਨੂੰ ਨਾ ਪਾਓ, ਕਿਉਂਕਿ ਗੁਰੂ ਅੰਤਰਜਾਮੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ। ਇਸ ਪ੍ਰੀਖਿਆ ਦੀ ਘੜੀ ਵਿੱਚ ਨਾ ਪਾਵੋ। ਪਰ ਨਾ ਮੰਨੇ ਨਗਰ ਵਾਸੀ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਕਿੱਲਾ ਪੁੱਟੋ। ਕਈਆਂ ਇਤਿਹਾਸਕਾਰਾਂ ਨੇ ਇੱਕ ਵੀ ਮੈਂ ਗੱਲ ਕਹਿ ਦੇਵਾਂ, ਲਕੀਰ ਤੇ ਕਦੀ ਫਕੀਰ ਨਹੀਂ ਹੋਣਾ ਚਾਹੀਦਾ, ਸਾਨੂੰ ਸੇਧ ਲੈਣੀ ਚਾਹੀਦੀ ਹੈ। ਕਈਆਂ ਇਤਿਹਾਸਕਾਰਾਂ ਨੇ ਇਹ ਕਿਹਾ ਹੈ ਵੀ ਪਾਸ਼ਾ ਘੋੜੇ ਤੇ ਸਵਾਰ ਹੋ ਕੇ ਤਿਆਰ ਹੋ ਕੇ ਨੇਜਾ ਫੜ ਕੇ ਜਦੋਂ ਉਸ ਕਿੱਲੇ ਨੂੰ ਪੁੱਟਣ ਲੱਗੇ, ਜਿਹੜਾ ਕਿੱਲਾ ਇਹਨਾਂ ਨੇ ਕਿੱਲੇ ਦੀ ਸ਼ੇਪ ਦੇ ਵਿੱਚ ਇੱਕ ਦਰਖਤ ਕੱਟਿਆ ਸੀ ਤੇ ਸ਼ੇਪ ਕਿੱਲੇ ਦੀ ਦਿੱਤੀ ਸੀ ਵੀ ਇਹ ਕਿੱਲਾ ਨਾ ਪੁੱਟਿਆ ਜਾਣਾ ਹੈ ਤੇ ਨਾ ਅਸੀਂ ਗੰਗਾ ਨੂੰ ਵਿਆਹ ਕੇ ਇਹਨਾਂ ਦੇ ਨਾਲ ਤੋਰਨਾ ਹੈ। ਕਿਉਂਕਿ ਉਹਨਾਂ ਦਿਨਾਂ ਵਿੱਚ ਆਮ ਇੱਕ ਸਵੰਬਰ ਰਚਾਉਣ ਦੀ ਵੀ ਪ੍ਰਥਾ ਚੱਲਦੀ ਸੀ। ਸਵੰਬਰ ਦਾ ਅਰਥ ਹੈ ਸਵੈਮ ਪਲੱਸ ਵਰ। ਸਵੰਬਰ ਜਿਹਨੂੰ ਅਸੀਂ ਕਹਿੰਦੇ ਆ, ਉਹਦੇ ਜੇ ਅਰਥ ਐਵੇਂ ਕਰਕੇ ਕਰੀਏ, ਸਵੈਮ ਮੈਂ ਆਪਣੇ ਆਪ ਆਪਣਾ ਵਰ ਚੁਣਿਆ, ਸਵੈਮ ਵਰ। ਸਵੰਬਰ ਉਹਨੂੰ ਕਹਿ ਗਿਆ, ਸਿੱਧਾ ਜਿਹਾ ਅਰਥ ਸਿੱਧਾ ਕਹਿ ਦਿੱਤਾ ਸਵੰਬਰ। ਸਵੰਬਰ ਦੀ ਤੇ ਸਵੰਬਰ ਉਦੋਂ ਰਚਿਆ ਜਾਂਦਾ ਸੀ, ਕੋਈ ਯੋਧਾ, ਕੋਈ ਸੂਰਮਾ, ਕੋਈ ਕਰਤੱਵਯ ਵਿਖਾਉਂਦਾ ਸੀ ਤੇ ਉਹ ਜਿੱਤ ਜਾਂਦਾ ਸੀ। ਤੇ ਜਿਹੜੀ ਇਸਤਰੀ ਹੁੰਦੀ ਸੀ ਉਹ ਫਿਰ ਉਸ ਨੂੰ ਚੁਣਦੀ ਸੀ ਕਿ ਮਾਲਾ ਉਹਦੇ ਗਲ ਵਿੱਚ ਪਾ ਦਿੰਦੀ ਸੀ। ਮਾਲਾ ਪਾ ਦਿੱਤੀ, ਮਾਲਾ ਪਾਈ ਤੇ ਉਹਨੂੰ ਆਪਣਾ ਵਰ ਚੁਣ ਲਿਆ। ਤੇ ਜਿਹੜਾ ਵਰ ਹੁੰਦਾ ਸੀ ਉਹ ਫਿਰ ਮਾਲਾ ਆਪਣੇ ਪਤਨੀ ਦੇ ਪਾ ਦਿੰਦਾ ਸੀ। ਇਹਨੂੰ ਕਹਿੰਦੇ ਸੀ ਵਿਆਹ, ਆਨੰਦ ਕਾਰਜ ਜਿਹਨੂੰ ਅਸੀਂ ਅੱਜ ਕਹਿੰਦੇ ਆ ਨਾ, ਵਿਆਹ ਹੋ ਜਾਂਦਾ। ਮੈਂ ਨਿੱਕੀ ਜੀ ਗੱਲ ਇੱਕ ਹੋਰ ਕਹਿ ਕੇ ਗੁਰੂ ਸਾਹਿਬ ਜੀ ਦੇ ਵਿਆਹ ਦੀ ਮੈਂ ਗੱਲ ਸ਼ੁਰੂ ਕਰ ਲਈ, ਆਨੰਦ ਕਾਰਜਾਂ ਦੀ। ਕਈ ਵਾਰੀ ਅਸੀਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਸੁਣ ਰਹੇ ਨੇ ਪੂਰੇ ਵਰਲਡ ਦੇ ਵਿੱਚ, ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ, ਜਦੋਂ ਅਸੀਂ ਆਨੰਦ ਕਾਰਜ ਕਰਾਉਣ ਆਉਨੇ ਆ ਨਾ ਗੁਰਦੁਆਰੇ ਵਿੱਚ, ਤੇ ਪਹਿਲਾਂ ਜਿਹੜੇ ਸਾਡੇ ਬੱਚੇ ਬੱਚੀਆਂ ਨੇ, ਕਈ ਜਗ੍ਹਾ ਫੰਕਸ਼ਨ ਹੁੰਦੇ ਨੇ, ਇੱਕ ਨਹੀਂ ਦੋ ਨੇ, ਕਿੰਨੇ ਫੰਕਸ਼ਨ ਰੱਖੇ ਜਾਂਦੇ ਨੇ। ਆ ਸਿਰ ਰਿੰਗ ਸਰਮਣੀ ਦਾ, ਇਹ ਫਲਾਨਾ ਹੈ, ਆ ਹੈ, ਖਰੇ ਮੈਨੂੰ ਤੇ ਨਾਮ ਹੀ ਨਹੀਂ ਆਉਂਦੇ, ਕਿੰਨੇ ਅਸੀਂ ਫੰਕਸ਼ਨ ਰੱਖ ਲੈਂਦੇ ਆ। ਤੇ ਆਨੰਦ ਕਾਰਜਾਂ ਤੋਂ ਪਹਿਲਾਂ ਹੀ ਲੜਕਾ ਲੜਕੀ ਕੁਰਸੀ ਤੇ ਬੈਠਦੇ ਨੇ, ਸਿੰਘਾਸਣ ਬੜੇ ਵੱਡੇ ਬਣਾਏ ਹੁੰਦੇ ਨੇ, ਤੇ ਉਹ ਫਿਰ ਇੱਕ ਮਾਲਾ ਉਹਦੇ ਗਲ 'ਚ ਪਾ ਦਿੰਦਾ, ਉਹ ਉਹਦੇ 'ਚ ਪਾ ਦਿੰਦਾ। ਕੇਵਲ ਇੱਕ ਰੀਤ ਜੀ ਸਮਝ ਲੈਂਦੇ ਨੇ ਵੀ ਅਸੀਂ ਇੱਕ ਦੂਸਰੇ ਦੇ ਨਾਲੇ ਖੜਕਿੱਲੀਆਂ ਮਾਰ ਦਿੱਤੀਆਂ, ਮਾਲਾ ਪਾ ਦਿੱਤੀ। ਇਹ ਨਿਰੀ ਮਾਲਾ ਇਹ ਨਹੀਂ ਹੈ, ਇਹਦਾ ਅਰਥ ਹੈ ਸਵੈਮ ਵਰ। ਤੇ ਆਪਣਾ ਵਰ ਆਪਣੇ ਆਪ ਚੁਣ ਲਿਆ। ਜਦੋਂ ਲੜਕੀ ਨੇ ਲੜਕੇ ਦੇ ਗਲ ਵਿੱਚ ਮਾਲਾ ਪਾਤੀ, ਲੜਕੇ ਨੇ ਲੜਕੀ ਦੇ ਪਾ ਦਿੱਤੀ, ਸਮਝ ਲਓ ਉਦੋਂ ਵਿਆਹ ਹੋ ਗਿਆ, ਕਲੀਅਰ ਹੋ ਗਿਆ। ਉਦੋਂ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਆ ਕੇ ਪ੍ਰਕਰਮਾਂ ਕਰਨੀਆਂ ਜਾਂ ਆਨੰਦ ਕਾਰਜ ਵਾਲੀ ਜਿਹੜੀ ਰਸਮ ਖਤਮ। ਪਰ ਅਸੀਂ ਫਿਰ ਇਹ ਸਾਰਾ ਕੁਝ ਕਰਕੇ ਫਿਰ ਗੁਰੂ ਕੋਲ ਆ ਕੇ ਕਈ ਵਾਰੀ ਪ੍ਰਕਰਮਾਂ ਲੈਂਦੇ ਆ, ਫਿਰ ਆਨੰਦ ਕਾਰਜ ਦੀ ਰਸਮ ਅਦਾ ਕਰਨੀ ਆ। ਇਹ ਉਦੋਂ ਇਹ ਸਾਰਾ ਕੁਝ ਸਮਝ ਲੈਣਾ ਕਿ ਬਨਾਵਟੀ ਜਿਹਾ ਅਸੀਂ ਕਰ ਰਹੇ, ਸਾਰਾ ਕੁਝ ਅਸੀਂ ਆਪ ਪਹਿਲਾਂ ਕਰ ਲਿਆ ਹੈ। ਹੁਣ ਸਿਰਫ ਅਸੀਂ ਇੱਕ ਲੋਕਾਂ ਨੂੰ ਵਿਖਾਉਣ ਵਾਸਤੇ ਰੀਤੀ ਰਿਵਾਜ ਹੈ, ਉਸ ਨੂੰ ਪੂਰੀਆਂ ਕਰ ਰਹੇ ਹਾਂ। ਵਿਆਹ ਹੋ ਚੁੱਕਾ ਹੈ। ਤੇ ਗੁਰੂ ਪਿਆਰਿਓ, ਫਿਰ ਜਦੋਂ ਇਹ ਕੁਝ ਹੁੰਦਾ ਹੈ ਉਦੋਂ ਗੁਰੂ ਦੀ ਰਹਿਮਤ ਨਹੀਂ ਵਰਤਦੀ, ਉਦੋਂ ਗੁਰੂ ਦੀ ਬਖਸ਼ਿਸ਼ ਨਹੀਂ ਵਰਤਦੀ। ਜੇ ਬਖਸ਼ਿਸ਼ ਲੈਣੀ ਹੈ ਤੇ ਇਹਨਾਂ ਰੀਤੀ ਰਿਵਾਜਾਂ ਨੂੰ ਛੱਡ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਜਦੋਂ ਲਾਵਾਂ ਪੜੀਆਂ ਜਾਂਦੀਆਂ ਨੇ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਜਿਹੜਾ ਲੜਕੀ ਹੈ ਤੇ ਲੜਕਾ ਹੈ, ਕਹਿ ਦਿਆ ਜੇ ਡਾਈਵੋਰਸ ਹੋ ਜਾਏ, ਕਹਿ ਦਿਆ ਜੇ ਕੋਈ ਛੁੱਟ ਜਾਵੇ ਰਿਸ਼ਤਾ, ਨਹੀਂ ਕਦੀ ਛੁੱਟੇਗਾ।
ਇਹ ਜਨਮਾਂ ਜਨਮਾਂਤਰਾਂ ਤੱਕ ਨਿਭੇਗਾ। ਜਿਹੜੇ 4 ਲਾਵਾਂ ਦਾ ਪਹਿਲਾਂ ਮਕਸਦ ਪੜ੍ਹਨਗੇ ਵੀ 4 ਲਾਵਾਂ ਕਹਿੰਦੀਆਂ ਕੀ ਨੇ। ਇਹ ਜਿਹੜੀਆਂ 4 ਲਾਵਾਂ ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 4 ਚਫੇਰੇ ਭੁਆਟਣੀਆਂ ਲਈਆਂ ਤੇ ਵਿਆਹ ਹੋ ਗਿਆ, ਆਨੰਦ ਕਾਰਜ ਹੋ ਗਏ। ਨਹੀਂ, 4 ਲਾਵਾਂ ਜਿਹੜੀਆਂ ਨੇ ਜੋ ਸਾਨੂੰ ਕਹਿ ਰਹੀਆਂ ਨੇ, ਜੋ ਸਾਨੂੰ ਮੈਸੇਜ ਦੇ ਰਹੀਆਂ ਨੇ, ਉਹਨਾਂ ਦਾ ਮੈਸੇਜ ਜਿਹੜਾ ਹੈ ਸਦਾ ਲਈ ਆਪਣੇ ਅੰਦਰ ਵਸਾ ਲਿਓ। ਕਈ ਵਾਰੀ ਅਸੀਂ ਬੱਚੀ ਨੂੰ ਕਹਿ ਦਿੰਦੇ ਆ ਬਈ ਤੂੰ ਆਪਣੇ ਪਤੀ ਬ੍ਰਤਾ ਧਰਮ ਦੇ ਵਿੱਚ ਰਹਿਣਾ, ਪਰ ਗੁਰਬਾਣੀ ਕਹਿੰਦੀ ਹੈ ਕਿਆ ਗਲ ਆਇਓ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ। ਗਲ ਆਇਓ ਤੋਂ ਭਾਵ ਹੈ ਬੋਲਣਾ। ਭੂਸ਼ ਕਹਿੰਦੇ ਨੇ ਬੇਸਮਝ। ਕਿਆ ਗਲ ਆਇਓ ਭੂਸ਼ ਪਰ ਵੇਲ। ਵੇਲ ਇੱਥੇ ਇਸਤਰੀ ਨੂੰ ਕਿਹਾ ਗਿਆ। ਇਸਤਰੀ ਜਿਹੜੀ ਹੈ ਜਿਵੇਂ ਇੱਕ ਵੇਲ ਘਰ ਦਾ ਸ਼ਿੰਗਾਰ ਹੁੰਦੀ ਹੈ, ਇਸਤਰੀ ਵੀ ਇੱਕ ਘਰ ਦਾ ਸ਼ਿੰਗਾਰ ਹੈ। ਇਹਨੂੰ ਵੇਲ ਨਾਲ ਤੁਲਨਾ ਕੀਤੀ ਗਈ। ਪਰ ਵੇਲ ਤੋਂ ਭਾਵ ਹੈ ਆਪਣੀ ਪਤਨੀ ਤੋਂ ਇਲਾਵਾ ਤੂੰ ਬਰਾਬਰ ਦੀ ਨੂੰ ਭੈਣ ਤੇ ਵੱਡੀ ਨੂੰ ਮਾਂ ਤੇ ਛੋਟੀ ਨੂੰ ਧੀ ਜਾਣ। ਜੇ ਤੇਰਾ ਇੰਨਾ ਕਰੈਕਟਰ ਉੱਚਾ ਹੋ ਜਾਵੇ ਕਦੀ ਡਾਈਵੋਰਸ ਹੋ ਹੀ ਨਹੀਂ ਸਕਦਾ। ਮੈਂ ਇਸ ਧਰਤੀ ਦੇ ਵਿੱਚ ਇੱਥੇ ਆ ਕੇ ਇਹ ਵੇਖਿਆ ਪ੍ਰੋਬਲਮਸ ਇੱਥੇ ਬਹੁਤ ਜ਼ਿਆਦਾ ਨੇ, ਭਾਰਤ ਨਾਲੋਂ ਜ਼ਿਆਦਾ ਨੇ। ਭਾਰਤ ਵਿੱਚ ਵੀ ਨੇ, ਇੱਥੇ ਜ਼ਿਆਦਾ ਨੇ। ਕਿਉਂ ਕਿ ਅਸੀਂ ਗੁਰੂ ਕੀ ਬਾਣੀ ਨੂੰ ਸਮਝਿਆ ਹੀ ਨਹੀਂ। ਅਸੀਂ ਸਾਰੇ ਮਾਨਸਿਕ ਪ੍ਰੋਬਲਮ ਸਾਡੇ ਅੰਦਰ ਇਹ ਪਈ ਹੈ। ਇਹ ਜਿਹੜਾ ਹੈ ਕਿਆ ਗਲ ਆਇਓ ਭੂਸ਼ ਬੇਸਮਝ ਪਰ ਵੇਲ ਨਾ ਜੋਹੇ। ਤੂੰ ਆਪਣੀ ਪਤਨੀ ਤੋਂ ਇਲਾਵਾ ਹੋਰ ਨੂੰ ਵੇਖ ਤੇ ਭੈਣ ਵੱਡੀ ਨੂੰ ਮਾਂ ਤੇ ਛੋਟੀ ਨੂੰ ਧੀ। ਇਸੇ ਤਰ੍ਹਾਂ ਹੀ ਪਤਨੀ ਜਿਹੜੀ ਹੈ ਆਪਣੇ ਪਤੀ ਤੋਂ ਇਲਾਵਾ ਬਰਾਬਰ ਦੇ ਨੂੰ ਭਰਾ ਤੇ ਵੱਡੇ ਨੂੰ ਪਿਓ ਤੇ ਛੋਟੇ ਨੂੰ ਬੱਚੇ ਦੇ ਸਮਾਨ ਜਾਣੇ। ਦੋਵਾਂ ਦੇ ਲਈ ਬਰਾਬਰ ਹੀ ਅਸੂਲ ਹੈ। ਕਹਿ ਦਿਆ ਜੇ ਕਦੀ ਡਾਈਵੋਰਸ ਹੋ ਜਾਵੇ, ਨੋ, ਕਦੀ ਨਹੀਂ ਹੋ ਸਕਦਾ। ਕਿਆ ਪਰ ਵੇਲ ਪਰਾਈ ਇਸਤਰੀ ਨਾ ਜੋਹੇ ਕੰਤ ਤੂੰ। ਤਾਂ ਤੂੰ ਕੰਤ ਅਖਵਾਉਣ ਦਾ ਯੋਗ ਹੈ, ਤਾਂ ਤੂੰ ਪਤੀ ਅਖਵਾਉਣ ਦੇ ਯੋਗ ਹੈ। ਜੇ ਤੂੰ ਇਹਨਾਂ ਨੂੰ ਅਸੂਲਾਂ ਨੂੰ ਫਾਲੋ ਨਹੀਂ ਕਰਦਾ, ਜੇ ਤੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਨਹੀਂ, ਤੇ ਤੂੰ ਪਤੀ ਅਖਵਾਉਣ ਦੇ ਯੋਗ ਨਹੀਂ। ਤੂੰ ਇਸ ਕਨਸੈਪਟ ਦੇ ਵਿੱਚ ਪੂਰਾ ਨਹੀਂ, ਤੂੰ ਪਤੀ ਨਹੀਂ ਅਖਵਾ ਸਕਦਾ। ਜੇ ਤੂੰ ਇਸ ਬਚਨਾਂ ਨੂੰ, ਗੁਰੂ ਕਿਆਂ ਦਿਆਂ ਨੂੰ ਬਚਨਾਂ ਨੂੰ ਧਾਰਨ ਨਹੀਂ ਕਰਦਾ। ਧਿਆਨ ਦਿਆ ਜੇ ਮੈਂ ਕਹਿ ਕੀ ਰਿਹਾ ਸਾਂ, ਇਹ ਮੈਂ ਗੱਲ ਤਾਂ ਮੇਰੇ ਮਕਸਦ ਵਿੱਚ ਮਨ ਵਿੱਚ ਆਈ ਕਿ ਮੈਂ ਇਸ ਪ੍ਰੋਬਲਮ ਨੂੰ ਵੇਖ ਰਿਹਾ ਇੱਥੇ ਬਹੁਤ ਜ਼ਿਆਦਾ। ਮੇਰੇ ਸਾਹਿਬ ਜੀ ਜਦੋਂ ਮਾਓ ਪਿੰਡ ਵਿੱਚ ਗਏ ਨੇ ਵਿਆਹਣ ਵਾਸਤੇ ਮਾਤਾ ਗੰਗਾ ਨੂੰ, ਇਹਨਾਂ ਨੇ ਇੱਕ ਸ਼ਰਤ ਰੱਖ ਦਿੱਤੀ ਕਿੱਲਾ ਪੁੱਟਣ ਦੀ। ਤੇ ਸਤਿਗੁਰੂ ਜੀ ਨੇ ਕ੍ਰਿਸ਼ਨ ਚੰਦ ਨੂੰ, ਪਿਤਾ ਜੀ ਕਿਆ ਇਸ ਘੜੀ ਵਿੱਚ, ਇਸ ਪ੍ਰੀਖਿਆ ਦੀ ਘੜੀ ਵਿੱਚ ਸਾਨੂੰ ਨਾ ਪਾਓ। ਪਰ ਪਿੰਡ ਵਾਲੇ ਕਿੱਥੋਂ ਮੰਨਣ। ਤੇ ਜਦੋਂ ਇਸ ਤਰ੍ਹਾਂ ਦੀ ਮਨ ਵਿੱਚ ਗੱਲ ਆਵੇ ਤੇ ਫਿਰ ਜਦੋਂ ਐਵੇਂ ਕਿਸੇ ਵੱਲੋਂ ਕਿਹਾ ਜਾਵੇ ਤੇ ਉਸ ਤਰ੍ਹਾਂ ਵੀ ਮਨ ਵਿੱਚ ਆਉਂਦਾ ਹੈ ਵੀ ਹਾਂ ਇਹਨਾਂ ਦੇ ਕੋਲ ਕੋਈ ਗੱਲਬਾਤ ਨਹੀਂ ਹੋਣੀ, ਇਹਨਾਂ ਦੇ ਅੰਦਰ ਕੋਈ ਸ਼ਕਤੀ ਨਹੀਂ ਹੋਣੀ, ਇਹ ਕੁਝ ਕਰ ਨਹੀਂ ਸਕਦੇ, ਖਰੇ ਤਾਂ ਕਹਿ ਰਹੇ। ਮਨ ਵਿੱਚ ਫੁਰ ਗਏ। ਚਲੋ ਜੀ, ਕਿੱਲਾ ਕੀ ਸੀ? ਉਹ ਤੇ ਦਰਖਤ ਹੀ ਸੀ। ਦਰਖਤ ਨੂੰ ਕਿੱਲੇ ਦੀ ਸ਼ੇਪ ਦਿੱਤੀ ਹੋਈ। ਕਿਸੇ ਨੇ ਕਿਹਾ ਪਾਸ਼ਾ ਘੋੜੇ ਉੱਤੇ ਸਵਾਰ ਹੋ ਕੇ ਨੇਜਾ ਮਾਰਦੇ ਨੇ ਤੇ ਉਹ ਕਿੱਲੇ ਨੂੰ ਤਾਂ ਪੁੱਟ ਲੈਂਦੇ ਨੇ। ਕਿਸੇ ਨੇ ਕਿਹਾ ਕਿ ਨੇਜੇ ਤੇ ਘੋੜੇ ਉੱਤੇ ਸਵਾਰ ਹੋਣ ਦੀ ਲੋੜ ਹੀ ਨਹੀਂ। ਪਾਸ਼ਾ ਨੇ ਆਖਿਆ, ਪਾਸ਼ਾ ਨੇ ਇੱਕ ਛੋਟੀ ਜਿਹੀ ਲਈ ਤੇ ਉਸ ਨੂੰ ਲਾਈ ਤੇ ਨਾਲੇ ਆਸਤੇ ਆਸਤੇ ਖਿੱਚੀ ਜਾਂਦੇ ਨੇ ਕਿੱਲੇ ਨੂੰ ਬਾਹਰ, ਤੇ ਨਾਲੇ ਮੂੰਹ ਚੋਂ ਕਹੀ ਜਾਂਦੇ ਨੇ ਮਾਓ ਪਿੰਡ ਮਾਰੀ, ਮਾਓ ਪਿੰਡ ਮਾਰੀ। ਭਾਵ ਮਾਹੋ ਪਿੰਡ ਦੇ ਜਿਹੜੇ ਜਿਹਨੇ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਉੱਪਰ ਆ ਗਈਆਂ ਨੇ, ਉਹ ਪੁੱਟੀਆਂ ਜਾ ਰਹੀਆਂ ਨੇ। ਜਦੋਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਉਹ ਕਿੱਲੇ ਨੂੰ ਤਾਂ ਪੁੱਟਿਆ ਤੇ ਜੜ੍ਹਾਂ ਬਾਹਰ ਆ ਗਈਆਂ। ਇਹ ਸਾਰਾ ਕੁਝ ਵਰਤਾਰਾ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤਾ, ਮਾਤਾ ਗੰਗਾ ਜੀ ਆਦੇ ਆਪਣੇ ਘਰ ਵਿੱਚ ਬੈਠੇ ਨੇ, ਜਾ ਕੇ ਉਸ ਦੀਆਂ ਸਖੀਆਂ ਸਹੇਲੀਆਂ ਨੇ ਦੱਸਿਆ, ਗੰਗਾ ਜਿਹੜਾ ਤੈਨੂੰ ਵਰ ਤੇਰਾ ਹੈ ਨਾ, ਜਿਹੜਾ ਤੈਨੂੰ ਪਰਣਾ ਕੇ ਲੈ ਜਾਏਗਾ, ਜਿਹੜਾ ਅੱਜ ਤੈਨੂੰ ਵਿਆਹ ਕੇ ਲੈ ਜਾਏਗਾ ਨਾ, ਉਹ ਬੜਾ ਤਾਕਤਾਂ ਦਾ ਮਾਲਕ ਹੈ, ਉਹ ਤਾਕਤਾਂ ਦਾ ਘਰ ਹੈ, ਉਹ ਬਹੁਤ ਮਹਾਨ ਯੋਧਾ ਹੈ। ਉਹਨੇ ਕਿੱਲੇ ਦੀ ਕਿਹੜੀ ਗੱਲ ਸੀ, ਉਹਨੇ ਤੇ ਦਰਖਤ ਹੀ ਪੁੱਟ ਦਿੱਤਾ ਹੈ। ਤੇ ਮਾਤਾ ਗੰਗਾ ਨੇ ਪਤਾ ਗਲ ਵਿੱਚ ਪੱਲਾ ਪਾ ਕੇ ਆਪਣੀਆਂ ਸਖੀਆਂ ਸਹੇਲੀਆਂ ਨੂੰ ਪੁੱਛਦੀ ਹੈ
ਕਹਿਣ ਲੱਗੇ ਮਾਤਾ ਗੰਗਾ ਜੀ ਆਪਣੀਆਂ ਸਹੇਲੀਆਂ ਨੂੰ, ਜਦੋਂ ਉਹਨਾਂ ਨੇ ਕਿੱਲਾ ਉਤਾਂ ਨੂੰ ਉਹ ਦਰਖਤ ਪੁੱਟਿਆ, ਮੇਰੇ ਮਾਲਕ ਨੇ ਮੁੱਖੋਂ ਕੁਝ ਆਖਿਆ ਤੇ ਨਹੀਂ, ਮੁੱਖੋਂ ਕੁਝ ਬੋਲਿਆ ਤੇ ਨਹੀਂ। ਕਿਆ ਹਾਂ ਬੋਲਿਆ ਹੈ, ਕਿਆ ਮਾਓ ਪਿੰਡ ਦੀਆਂ ਜੜ੍ਹਾਂ ਉੱਪਰ ਆ ਗਈਆਂ ਨੇ, ਪੁੱਟੀਆਂ ਗਈਆਂ। ਜਦੋਂ ਇਹ ਗੱਲ ਕਹੀ, ਮਾਤਾ ਗੰਗਾ ਮਨ ਹੀ ਮਨ ਦੇ ਵਿੱਚ ਅਰਦਾਸਾਂ ਕਰਨ ਲੱਗ ਪਈ। ਜਦੋਂ ਆਨੰਦ ਕਾਰਜ ਦਾ ਸਮਾਂ ਆਇਆ, ਮਾਤਾ ਗੰਗਾ ਨੇ ਗਲ ਵਿੱਚ ਪੱਲਾ ਪਾਇਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਨੰਦ ਕਾਰਜਾਂ ਤੋਂ ਪਹਿਲਾਂ ਹੀ ਚਰਨਾਂ ਦੇ ਵਿੱਚ ਸਿਰ ਰੱਖ ਕੇ ਕਿਹਾ, ਮੇਰੇ ਸਿਰ ਦੇ ਸਾਈਆਂ, ਜੋ ਤੁਸੀਂ ਬਚਨ ਕਹੇ ਨੇ ਇਹ ਪੂਰੇ ਹੋ ਜਾਣੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਾਤਾ ਗੰਗਾ ਜੀ ਕਹਿਣ ਲੱਗੇ, ਤੇ ਮੇਰੇ ਸਿਰ ਦੇ ਸਾਈਆਂ, ਆਹ ਜਿਹੜੇ ਚੱਲ ਦਲ, ਇਹ ਪਿੱਪਲ, ਇਹ ਦਰਖਤ, ਇਹ ਨਗਰ, ਇਹ ਗਲੀਆਂ, ਇਸ ਗਲੀਆਂ ਵਿੱਚ, ਇਸ ਨਗਰ ਵਿੱਚ, ਇਹਨਾਂ ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਮੈਂ ਪੜੀ ਆ। ਤੁਸੀਂ ਇਹ ਕਿੱਲਾ ਜਿਹੜਾ ਪੁੱਟਿਆ ਹੈ, ਇਸ ਦੀਆਂ ਜੜ੍ਹਾਂ ਉੱਤੇ ਲੈ ਆਂਦੀਆਂ ਨੇ ਕਿ ਹੁਣ ਇਹ ਮੇਰਾ ਨਗਰ ਉਜੜ ਜਾਏਗਾ, ਮੇਰੇ ਮਾਪਿਆਂ ਦਾ, ਪੇਕਿਆਂ ਦਾ ਘਰ ਨਹੀਂ ਰਹੇਗਾ। ਗੁਰੂ ਅਰਜਨ ਸਾਹਿਬ ਮਹਾਰਾਜ ਮਾਤਾ ਗੰਗਾ ਜੀ ਦੇ ਉੱਤੇ ਤਰਸ ਕਰ ਰਹੇ ਨੇ। ਮਾਤਾ ਗੰਗਾ ਜੀ ਦੇ ਅੰਦਰੋਂ ਜਿਹੜੇ ਬੋਲ ਨਿਕਲ ਰਹੇ ਨੇ, ਉਹ ਬੜੇ ਹੀ ਪਿਆਰ ਨਾਲ ਸੁਣ ਰਹੇ ਨੇ। ਪਾਤਸ਼ਾਹ ਨੇ ਕਿਹਾ, ਗੰਗਾ, ਜਿਹੜਾ ਬੋਲ ਮੂੰਹੋਂ ਨਿਕਲ ਜਾਏ ਵਾਪਸ ਤੇ ਨਹੀਂ ਆਉਂਦਾ, ਪਰ ਇੱਕ ਗੱਲ ਹੈ, ਤੂੰ ਇਹਨਾਂ ਦੀ ਰੱਖ ਲਈ, ਇਹ ਵਸਣਗੇ, ਹੋਰ ਥਾਂ ਤੇ ਵਸਣਗੇ, ਇਹਨਾਂ ਨੂੰ ਜਾ ਕਿਸੇ ਵਸਤੂ ਦਾ ਘਾਟਾ ਨਹੀਂ ਹੋਵੇਗਾ। ਮੇਰੇ ਪਾਤਸ਼ਾਹ ਨੇ ਇਹ ਬਚਨ ਕਹਿ ਦਿੱਤੇ, ਇਹਨਾਂ ਨੂੰ ਕਿਸੇ ਵਸਤੂ ਦਾ ਘਾਟਾ ਨਹੀਂ ਹੋਵੇਗਾ, ਇੱਕ ਵਾਰੀ ਜ਼ਰੂਰ ਇੱਥੋਂ ਹਲਚਲ ਹੋਵੇਗੀ। ਇਹ ਮਾਤਾ ਗੰਗਾ ਨੇ ਉਸੇ ਵੇਲੇ ਬਖਸ਼ਾਂ ਗੁਰੂ ਅਰਜਨ ਸਾਹਿਬ ਮਹਾਰਾਜ ਕੋਲੋਂ ਆਪਣੇ ਉਸ ਮਊ ਪਿੰਡ ਪੇਕੇ ਘਰ ਵਾਸਤੇ ਲੈ ਲੀਆਂ। ਇਹ ਜਿੰਨਾ ਨੇੜਿਓਂ ਹੋ ਕੇ ਜਿਹੜਾ ਵੇਖਦਾ ਹੈ, ਗੁਰੂ ਰੂਪ ਸਾਧ ਸੰਗਤ ਬਰਕਤਾਂ ਦਾ ਪਾਤਰ ਉਹ ਬਣਦਾ ਹੈ। ਭੱਟ ਕਾਲੇ ਸਹਾਰ ਕਹਿ ਰਿਹਾ ਹੈ, ਨੇਜਾ ਨਾਮ ਨਿਸ਼ਾਨ। ਮੈਂ ਗੱਲ ਨੇਜੇ ਦੀ ਕੀਤੀ ਸੀ। ਭੱਟ ਕਾਲੇ ਸਹਾਰ ਕਹਿੰਦੇ ਨੇ, ਹੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੁਸੀਂ ਨਾਮ ਦਾ ਪ੍ਰਕਾਸ਼ ਜਿਹੜਾ ਹੈ ਨਾ, ਉਹ ਤੁਸੀਂ ਨੇਜਾ ਬਣਾ ਲਿਆ। ਤੁਹਾਡੇ ਹੱਥ ਵਿੱਚ ਨਾਮ ਦਾ ਨੇਜਾ ਹੈ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿ ਥਾ। ਭਵਜਲ ਤੋਂ ਭਾਵ ਹੈ ਸੰਸਾਰ, ਭਵ ਸਾਗਰ, ਸਾਇਰ ਕਹਿੰਦੇ ਨੇ ਸਮੁੰਦਰ, ਸੇਤ ਕਹਿੰਦੇ ਨੇ ਪੁਲ। ਹਰੀ ਕਾ ਨਾਮ, ਰੱਬ ਦਾ, ਪਰਮਾਤਮਾ ਦਾ ਨਾਮ ਹੀ ਤੁਸੀਂ ਜਹਾਜ਼, ਬੋਹਿਥਾ ਦਾ ਮੀਨਸ ਜਹਾਜ਼ ਹੈ। ਪਰਮਾਤਮਾ ਦਾ ਨਾਮ ਹੀ ਤੁਸੀਂ ਸੰਸਾਰ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਪੁਲ ਬਣਾਇਆ ਹੈ। ਸੰਸਾਰ ਪੜ੍ਹਦੇ ਆ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਨਾਮ ਦਾ ਜਹਾਜ਼ ਤੁਸੀਂ ਤਿਆਰ ਕਰ ਦਿੱਤਾ ਸੰਸਾਰ ਨੂੰ ਭਵ ਸਾਗਰ ਤੋਂ ਪਾਰ ਕਰਨ ਵਾਸਤੇ। ਤੋਏ ਸਤਿਗੁਰ ਸੰਹੇਤ ਨਾਮ ਲਾਗ ਜਗ ਉਧਰਿਓ। ਤੋਏ ਤੋਂ ਅਰਥ ਕਰਾਂਗੇ ਤੇਰਾ। ਸਿੱਧਾ ਜਿਹਾ ਮੈਂ ਅਰਥ ਕਰਦਾ, ਮੈਂ ਬਹੁਤਾ ਬਰੀਕੀ ਚ ਗੁੰਝਲਾਂ ਗੰਝਲਾਂ ਨਹੀਂ ਪਾਉਂਦਾ ਵੀ ਜਿਹੜਾ ਪਕੜ ਜੀ ਨਾ ਆਵੇ। ਤੋਏ ਦਾ ਅਰਥ ਕਰਾਂਗੇ ਤੇਰਾ। ਕਿਆ ਸਤਿਗੁਰ ਸੰਗ ਹੇਤ, ਗੁਰੂ ਅਰਜਨ ਸਾਹਿਬ ਮਹਾਰਾਜ ਸੰਗ ਹੇਤ, ਹੇਤ ਕਹਿੰਦੇ ਨੇ ਪਿਆਰ ਨੂੰ, ਤੁਹਾਡਾ ਅਕਾਲ ਪੁਰਖ ਨਾਲ ਪਿਆਰ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭੱਟ ਕਾਲੇ ਸਹਾਰ ਕਹਿੰਦੇ ਨੇ, ਤੁਹਾਡਾ ਉਸ ਅਕਾਲ ਪੁਰਖ ਨਾਲ ਪਿਆਰ ਹੈ। ਨਾਮ ਲਾਗ, ਨਾਮ ਵਿੱਚ ਆਪ ਜੁੜਿਓ ਤੇ ਮਨੁੱਖਤਾ ਨੂੰ ਜੋੜ ਕੇ ਸੰਸਾਰ ਭਵ ਸਾਗਰ ਤੋਂ ਤੁਸੀਂ ਪਾਰ ਕਰ ਰਹੇ ਹੋ। ਜਗਤ ਉਦਾਹਰਣ ਨਾਮ ਸਤਿਗੁਰ ਤੁਠੈ ਪਾਇਓ। ਅਬ ਨਹ ਅਵਰ ਸਰ ਕਾਮ ਬਾਰ ਅੰਤਰ ਪੂਰੀ ਪੜੀ। ਬਾਰ ਅੰਤਰ, ਬਾਰ ਜਿਹਨੂੰ ਦਰਵਾਜ਼ਾ ਕਹਿੰਦੇ ਆ। ਹੁਣ ਜਿਹੜੇ ਦਾਤਿਆ ਤੇਰੇ ਦਰ ਤੇ ਆ ਗਏ ਨੇ ਨਾ, ਪੂਰੀ ਪੜੀ, ਉਹਨਾਂ ਦੀ ਪੂਰੀ ਪੈ ਗਈ ਹੈ। ਕਈ ਵਾਰੀ ਕਹਿੰਦੇ ਨੇ ਫਲਾਣੇ ਦੀ ਪੂਰੀ ਨਹੀਂ ਪੈਣੀ, ਉਹਦੀ ਇੱਥੇ ਨਹੀਂ ਪੂਰੀ ਪੈਣੀ ਤੇ ਉਹਦੀ ਉੱਥੇ ਵੀ ਨਹੀਂ ਪੂਰੀ ਪੈਣੀ। ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਤੇਰੇ ਦਰ ਤੇ ਆ ਗਏ ਨੇ, ਬਾਰ ਵੱਖਰਾ ਕਰ ਦਿਓ। ਜੇ ਇਹਨੂੰ ਬਿਲਕੁਲ ਤਰੀਕੇ ਨਾਲ ਸਮਝਣਾ ਹੋਵੇ ਤੇ ਤਰ ਵੱਖਰਿਆ ਕਰਿਓ। ਬਾਰ ਅੰਤਰ, ਜਿਹੜੇ ਤੇਰੇ ਦਰ ਤੇ ਆ ਗਏ
ਉਹਨਾਂ ਦੀ ਪੂਰੀ ਪੈ ਗਈ। ਉਹ ਪੂਰੇ ਨਾਲ ਜਿਹੜੇ ਜੁੜ ਗਏ ਉਹਨਾਂ ਦੇ ਲੋਕ ਤੇ ਪਰਲੋਕ ਸੁਹੇਲੇ ਹੋ ਗਏ। ਇਹ ਭੱਟ ਕਾਲਿਆ ਸਹਾਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਇੰਨਾ ਨੇੜਿਓਂ ਹੋ ਕੇ ਵੇਖ ਰਿਹਾ ਹੈ। ਗੁਰੂ ਕਿਰਪਾ ਕਰੇ ਇੰਨਾ ਕਿ ਨੇੜੇ ਹੋ ਕੇ ਸਾਨੂੰ ਵੀ ਕਿਤੇ ਗੁਰੂ ਅਰਜਨ ਸਾਹਿਬ ਜੀ ਨੂੰ ਵੇਖਣਾ ਆ ਜਾਵੇ। ਇਸੇ ਹੀ ਇਤਿਹਾਸ ਨੂੰ ਵਿਚਾਰ ਨੂੰ ਅੱਗੇ ਕੱਲ੍ਹ ਫਿਰ ਆਰੰਭ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ